सूही महला पंजवा। घर में ठाकुर नजर न आवे, गल में पाहन लै लटकावे। पर में भूला साकत फिरता, नीर बिरोले खप खप मरता। रहाओ जिस पाहन को ठाकुर कहता, ओ पाहन ले उसको डुबता। गुनाहगार लूण हरामी, पाहन नाव न पार गिरामी। गुर मिल नानक ठाकुर जाता, जल थल में यल पूर्ण विधाता। वाहिगुरु जी का खालसा, वाहिगुरु जी की फतेह। गुरु सवारी साध संगत, धन धन गुरु अर्जुन देव सच्चे पातशाह संसार दे लोकां नूं अपने इर्द गिर्द विच देखते हैं कि ਜਿਹੜੇ ਜਾਗਦੀ ਜੋਤ ਪਰਮਾਤਮਾ ਨੂੰ ਛੱਡ ਕੇ ਪੱਥਰਾਂ ਦੀਆਂ ਮੂਰਤੀਆਂ ਵਿੱਚੋਂ ਰੱਬ ਨੂੰ ਲੱਭਦੇ ਹਨ, ਉਹਨਾਂ ਉੱਤੇ ਮਹਾਰਾਜ ਤਰਸ ਵੀ ਖਾਂਦੇ। ਉਹਨਾਂ ਦੀ ਅਗਿਆਨਤਾ ਉੱਤੇ ਇੱਕ ਤਰ੍ਹਾਂ ਦਾ ਤਰਸ ਹੀ ਆਉਂਦਾ ਕਿ ਇਹ ਲੋਕ ਉਹ ਸਰਵ ਸ਼ਕਤੀਵਾਨ ਸਰਵ ਵਿਆਪਕ ਪਰਮਾਤਮਾ ਨੂੰ ਛੱਡ ਕੇ ਇਹ ਕਿਹੜੇ ਪਾਸੇ ਤੁਰੇ ਹੋਏ ਹਨ। ਜਿੰਨੇ ਵੀ ਸੱਚ ਦੇ ਪਾਂਧੀ ਹਨ, ਉਹਨਾਂ ਸਭਨਾਂ ਦੀ ਰਾਏ ਇੱਕੋ ਹੀ, ਚਾਹੇ ਉਹ ਭਗਤ ਰਵਿਦਾਸ ਜੀ ਹਨ, ਚਾਹੇ ਭਗਤ ਕਬੀਰ ਜੀ ਹਨ, ਚਾਹੇ ਭਗਤ ਨਾਮਦੇਵ ਜੀ ਹਨ, ਤੇ ਚਾਹੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ। ਜੇ ਸਾਰੇ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਇਕੱਠਿਆਂ ਕਰ ਲਈ ਤੇ ਉਹਨਾਂ ਸਭਨਾਂ ਦੀ ਇੱਕੋ ਹੀ ਰਾਏ, ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ। जिस पाहन को पाती तोरै, सो पाहन निर्जियो। भूली मालनी है एओ, सतगुर जागता है देओ। पाखान गढ़ के मूरत कीनी, दे के छाती पाऊं। जे मूरत साची है, तो गढ़नहारे खाओ। बात बहत अरलापसी, कर करा का सार। भोगनहारे भोगया, इस मूरत के मुख छार। देखो कितना स्पष्ट है। इसी तरह भगत नामदेव जी ਜਿਉਂ ਜਿਉਂ ਬਾਣੀ ਦੀ ਵਿਚਾਰ ਕਰਦੇ ਜਾਈਏ, ਇਹੋ ਹੀ ਗੱਲ ਬਾਰ-ਬਾਰ ਸਮਝ ਆਉਂਦੀ ਹੈ। ਇੱਕ ਪਾਸੇ ਮੂਰਤੀ ਦੀ ਪੂਜਾ ਕਰਨ ਵਾਲੇ ਹਨ, ਇੱਕ ਪਾਸੇ ਉਹ ਮਹਾਂਪੁਰਖ ਹਨ ਜਿਨ੍ਹਾਂ ਨੂੰ ਜ਼ਰੇ ਜ਼ਰੇ ਵਿੱਚ ਪਰਮਾਤਮਾ ਦੇ ਦਰਸ਼ਨ ਹੋਏ ਨੇ, ਜਿਹੜੇ ਪੁਕਾਰ ਪੁਕਾਰ ਕੇ ਕਹਿ ਰਹੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਹੜੇ ਇਹਨਾਂ ਭੁੱਲੇ ਭਟਕੇ ਲੋਕਾਂ ਨੂੰ ਵੇਖ ਕੇ ਕਹਿ ਰਹੇ ਨੇ, ਲੋਗਾ ਭਰਮ ਨਾ ਭੂਲੋ ਪਾਈ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਠਾਈ। ਆਖਿਆ ਇਸ ਖਲਕਤ ਵਿੱਚੋਂ ਖਾਲਕ ਨੂੰ ਦੇਖੋ। ਖਾਲਕ ਵੱਖਰਾ ਨਹੀਂ, ਖਾਲਕ ਵੱਖਰੀ।
ਪਰ ਜੋ ਕੁਝ ਸੰਸਾਰ ਵਿੱਚ ਹੋ ਰਿਹਾ, ਕੋਈ ਹਿੰਦੂ ਮੁਸਲਮਾਨ ਨੂੰ ਮਾਰਨ ਲਈ ਤਿਆਰ, ਕੋਈ ਮੁਸਲਮਾਨ ਹਿੰਦੂ ਦੀ ਜਾਨ ਦਾ ਵੈਰੀ, ਪਰ ਜਿਹੜੇ ਸੱਚ ਦੇ ਪਾਂਧੀ ਨੇ ਉਹ ਇਹਨਾਂ ਤੇ ਤਰਸ ਕਰਦੇ ਤੇ ਕੀ ਕਹਿੰਦੇ, ਭਰਮੇ ਭੂਲਾ ਸਾਕਤ ਫਿਰਤਾ। ਇਹ ਰੱਬ ਤੋਂ ਟੁੱਟਿਆ ਹੋਇਆ ਮਨੁੱਖ ਭਰਮ ਵਿੱਚ ਭੁੱਲ ਗਿਆ, ਔਰ ਭਰਮ ਵਿੱਚ ਭੁੱਲ ਕੇ ਇਹ ਕੀ ਕਰ ਰਿਹਾ, ਨੀਰ ਬਿਰੋਲੇ ਪਾਣੀ ਨੂੰ ਰਿੜਕੀ ਜਾਂਦਾ। ਦੁਨੀਆ ਦੇ ਲੋਕਾਂ ਨੂੰ ਪਾਣੀ ਰਿੜਕਦਿਆਂ ਦੇਖ ਕੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਵੀ ਕਹਿੰਦੇ ਨੇ, ਪੰਡਿਤ ਦਹੀਂ ਬਲੋਈਏ ਭਾਈ, ਵਿੱਚੋਂ ਨਿਕਲੇ ਤੱਥ, ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹ ਵਥ, ਗੁਰ ਬਿਨ ਭਰਮ ਬਿਗੂਚੀਐ ਭਾਈ। ਆਖਿਆ ਲੋਕ ਪਾਣੀ ਰਿੜਕੀ ਜਾਂਦੇ, ਖੱਪ ਖੱਪ ਕੇ ਮਰ ਰਹੇ, ਫਿਰ ਆਂਦੇ ਨੇ ਸ਼ਾਂਤੀ ਨਹੀਂ ਮਿਲੀ, ਫਿਰ ਆਂਦੇ ਨੇ ਸਾਡੇ ਅੰਦਰ ਠੰਡ ਨਹੀਂ ਵਰਤੀ। ਠੰਡ ਕਿੱਥੋਂ ਵਰਤੀ? ਭਰਮੇ ਭੂਲਾ ਸਾਕਤ ਫਿਰਤਾ। ਇਹ ਜਿਹੜੇ ਗੁਰਬਾਣੀ ਦੇ ਬੋਲ ਹਨ, ਸਾਨੂੰ ਸੁੱਤਿਆਂ ਨੂੰ ਜਗਾਉਂਦੇ ਨੇ, ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਂਦੇ ਨੇ। ਕਿਧਰੇ ਅਸੀਂ ਵੀ ਤਾਂ ਉਹਨਾਂ ਵਿੱਚ ਨਹੀਂ ਸ਼ਾਮਲ ਹੋ। ਭਾਈ ਸਾਨੂੰ ਤੇ ਸਤਿਗੁਰੂ ਇਹ ਕਹਿ ਰਹੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਹੇ ਭੁੱਲੇ ਲੋਕੋ, ਜਰਾ ਵਿਚਾਰ ਕੇ ਦੇਖੋ, ਉਹ ਪਰਮਾਤਮਾ ਦੀ ਜੋਤ ਸਾਡੇ ਸਾਰਿਆਂ ਵਿੱਚ, ਹਰ ਜੀਵ ਵਿੱਚ, ਔਰ ਸਮਝਾਉਣ ਲਈ ਬੜੇ ਬੜੇ ਸੁੰਦਰ ਪ੍ਰਮਾਣ ਦਿੱਤੇ ਨੇ। ਆਖਿਆ ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ, ਸੰਤੋ ਘਟ ਘਟ ਰਿਹਾ ਸਮਾਹਿਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ, ਭਰਮੇ ਭੂਲਾ ਸਾਕਤ ਫਿਰਤਾ। ਕਿਧਰੇ ਅਸੀਂ ਵੀ ਚਲਤੇ ਕੇ ਪੀਛੇ ਚਲੇ, ਲੋਗਨ ਕੀ ਭੇਡਾ ਚਾਲ, ਲੋਕਾਂ ਦੇ ਦੇਖਾ ਦੇਖੀ ਅਸੀਂ ਵੀ ਤਾਂ ਨਹੀਂ ਪੱਥਰ ਪੂਜ ਬਣ ਰਹੇ। ਘਰ ਵਿੱਚ ਮੂਰਤੀਆਂ ਰੱਖ ਲਈਆਂ, ਚਾਹੇ ਗੁਰੂ ਨਾਨਕ ਪਾਤਸ਼ਾਹ ਦੀ ਰੱਖੋ ਤੇ ਚਾਹੇ ਕਿਸੇ ਦੇਵੀ ਦੇਵਤੇ ਦੀ ਗੱਲ ਤਾਂ ਉੱਥੇ ਹੀ, ਚਾਹੇ ਕਿਸੇ ਨੇ ਸੋਨੇ ਦੀ ਮੂਰਤੀ ਬਣਵਾ ਲਈ, ਕਿਸੇ ਨੇ ਚਾਂਦੀ ਦੀ ਬਣਵਾ ਲਈ, ਕਿਸੇ ਨੇ ਪੱਥਰ ਦੀ, ਗੱਲ ਤਾਂ ਮੂਰਤੀ ਦੀ। ਭਾਈ ਮੂਰਤ ਨਾ ਤਾਂ ਬੋਲਦੀ ਹੈ, ਨਾ ਮੂਰਤ ਕੁਝ ਕਿਸੇ ਨੂੰ ਕਹਿੰਦੀ ਹੈ, ਨਾ ਸੁਣ। ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਕਿਉਂ ਲਾਏ? ਠੀਕ ਹੈ, ਅਸੀਂ ਪੜ੍ਹਦੇ ਹਾਂ ਪ੍ਰਗਟ ਗੁਰਾਂ ਕੀਤੇ, ਹੁਣ ਦੇ ਜਾਣ ਕੇ ਅਸੀਂ ਇਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਪੂਜਾ ਕਰਕੇ ਫਿਰ ਸਰਦੀ ਤੋਂ ਬਚਾਓ, ਫਿਰ ਗਰਮੀ ਤੋਂ ਬਚਾਓ, ਫਿਰ ਇਹਨਾਂ ਨੂੰ ਭੋਗ ਲਵਾਓ। ਇਹ ਸਾਰਾ ਕੁਝ ਤੇ ਉਹੀ ਚੱਕਰ ਹੈ। ਸ਼ਬਦ ਗੁਰੂ ਦਾ ਮਤਲਬ ਤੇ ਇਹ ਹੈ ਕਿ ਸ਼ਬਦ ਨੂੰ ਪੜ੍ਹੋ, ਸ਼ਬਦ ਨੂੰ ਵਿਚਾਰੋ ਅਤੇ ਸ਼ਬਦ ਦੀ ਰੋਸ਼ਨੀ ਵਿੱਚ, ਸਿੱਖਿਆ ਵਿੱਚ ਆਪਣਾ ਜੀਵਨ ਢਾਲੋ। ਇਹ ਗੱਲ ਬੜੀ ਡੂੰਘੀ ਅਤੇ ਵਿਚਾਰ ਗੋਚਰੀ।
ਜੇ ਪੁੱਛੋ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਕਹਿੰਦੇ ਹਾਂ ਜੀ ਕਰਦੇ ਹਾਂ। ਕਈ ਤੇ ਕਹਿਣਗੇ ਦਿਨ 'ਚ ਕੀ ਵਾਰੀ ਕਰਦੇ। ਮੈਂ ਨਹੀਂ ਕਹਿੰਦਾ ਪਾਠ ਨਾ ਕਰੋ, ਪਰ ਜੇ ਪੁੱਛੋ ਪਹਿਲੀ ਪੌੜੀ ਵਿੱਚ ਕੀ ਲਿਖਿਆ ਇਹ ਤੁਸੀਂ ਦੱਸ ਦਿਓ। ਤੋ ਮੇਰਾ ਮਤਲਬ ਅਸੀਂ ਫਿਰ ਇਸ ਨੂੰ ਤੋਤਾ ਰਟਣੀ ਨਹੀਂ ਕਰਨਾ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਕੀ ਕਹਿ ਰਹੇ ਹਨ? ਪਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲੇ ਖੱਪ ਖੱਪ ਮਰਤਾ। ਪਾਣੀ ਰਿੜਕੀ ਜਾਂਦਾ, ਖੱਪ ਖੱਪ ਮਰੀ ਜਾਂਦਾ। ਫਿਰ ਕਹਿੰਦਾ ਮੈਨੂੰ ਮਿਲਿਆ ਕੁਝ ਨਹੀਂ, ਮੇਰੇ ਮਨ ਨੂੰ ਸ਼ਾਂਤੀ ਨਹੀਂ ਹੋਈ। ਭਾਈ ਸ਼ਾਂਤੀ ਤੇ ਉਸੇ ਦਿਨ ਹੋਵੇਗੀ ਜਿਸ ਦਿਨ ਅਸੀਂ ਗੁਰਬਾਣੀ ਦੀ ਵਿਚਾਰ ਦਾ ਪੱਲਾ ਫੜ ਲਵਾਂ। ਜਿਨ੍ਹਾਂ ਕੰਮਾਂ ਤੋਂ ਗੁਰਬਾਣੀ ਰੋਕਦੀ ਹੈ ਰੁਕ ਜਾਓ। ਜਿਹੜੇ ਕੰਮ ਕਰਨ ਲਈ ਗੁਰੂ ਸਾਹਿਬ ਕਹਿੰਦੇ ਨੂੰ ਕਰੋ। ਇਸੇ ਲਈ ਬਾਬਾ ਨਾਨਕ ਜੀ ਨੇ ਕਿਹਾ ਕਿਰਤ ਕਰੋ। ਧਰਮ ਦੀ ਕਿਰਤ ਕਰੋਗੇ ਤੁਹਾਡੀ ਕਮਾਈ ਵਿੱਚ ਕੋਈ ਠੱਗੀ ਨਹੀਂ ਆਵੇ, ਕੋਈ ਹੇਰਾ ਫੇਰੀ ਨਹੀਂ ਆਵੇ। ਕਿਰਤ ਕਰਦੇ ਹੋਏ ਨਾਮ ਜਪੋਗੇ, ਆਨੰਦ ਆਏਗਾ। ਤੇ ਫਿਰ ਉਹਦੇ ਵਿੱਚੋਂ ਦਸਵੰਧ ਕੱਢ ਕੇ ਵੰਡ ਛਕੋ, ਦੂਜਿਆਂ ਦਾ ਭਲਾ ਕਰੋ। ਪਰ ਇੱਥੇ ਕੀ ਹੋ ਰਿਹਾ? ਅਸੀਂ ਜੀ ਮੰਦਰ ਜਾ ਆਏ, ਮੱਥਾ ਟੇਕ ਆਏ, ਪੂਜਾ ਕਰ ਆਏ, ਇਹ ਕਰ ਆਏ, ਉਹ ਕਰ। ਮੈਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਉਹ ਸ਼ਲੋਕ ਪੜ੍ਹਦਾ ਜੋ ਆਸਾ ਕੀ ਵਾਰ ਵਿੱਚ ਵੀ ਹੈ ਤੇ ਸਹਿਜ ਕੀਰਤੀ ਸ਼ਲੋਕਾਂ ਦਾ ਵੀ ਪਹਿਲਾ ਹਿੱਸਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਰ ਪੂਜਸ ਬਗੁਲ ਸਮਾਦੰ, ਮੁਖ ਝੂਠ ਬਭੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਦੋਇ ਧੋਤੀ ਬਸਤਰ ਕਪਾਟੰ, ਜੋ ਜਾਣਸ ਬ੍ਰਹਮੰ ਕਰਮੰ, ਸਭ ਫੋਕੜ ਨਿਸ਼ਚੈ ਕਰਮੰ, ਕਉ ਨਾਨਕ ਨੀਚੋ ਧਿਆਵੈ, ਬਿਨ ਸਤਿਗੁਰ ਬਾਟ ਨ ਪਾਵੈ। ਤੋ ਗੱਲ ਕੀ, ਅਸੀਂ ਭਰਮ ਦਾ ਸ਼ਿਕਾਰ ਹੋ ਕੇ ਭਟਕ ਰਹੇ। ਤੇ ਭਟਕਣ ਦੀ ਮਿਸਾਲ ਇਹ ਹੈ ਕਿ ਪਾਣੀ ਰਿੜਕ ਰਿਹਾ। ਪਾਣੀ ਰਿੜਕਣ ਤੇ ਮਿਹਨਤ ਤੇ ਹੋ ਰਹੀ, ਪਰ ਉਹਦੇ ਵਿੱਚੋਂ ਮੱਖਣ ਤੱਤ ਵਸਤੂ ਦੀ ਪ੍ਰਾਪਤੀ ਨਹੀਂ ਹੋ ਰਹੀ। ਪਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲੇ ਖੱਪ ਖੱਪ ਮਰਤਾ। ਆਓ ਹੁਣ ਸ਼ਬਦ ਦੇ ਪਹਿਲੇ ਪਦ ਵੱਲ ਆਓ। ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਘਰ ਹਿਰਦੇ ਦੇ ਅੰਦਰ ਜਿਹੜਾ ਪਰਮਾਤਮਾ ਵਸਦਾ ਹੈ ਉਹ ਤੇ ਨਜ਼ਰ ਨਹੀਂ ਆਉਂਦਾ। ਭਾਵ ਉਹਦੇ ਵੱਲ ਤੇ ਧਿਆਨ ਹੀ ਕੋਈ ਨਹੀਂ। ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਹੁਣ ਸਾਡੇ ਸਾਰਿਆਂ ਦੇ ਘਰ ਵਿੱਚ ਉਹ ਪਰਮਾਤਮਾ ਵਸ ਰਿਹਾ। ਕੋਈ ਐਸਾ ਜੀਵ ਨਹੀਂ ਜਿਹਦੇ ਵਿੱਚ ਉਹਦੀ ਜੋਤ ਕੰਮ ਨਹੀਂ ਕਰ ਰਹੀ, ਪਰ ਉਹ ਨਜ਼ਰ ਹੀ ਨਹੀਂ ਆਉਂਦਾ। ਸਾਨੂੰ ਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਨਜ਼ਰ ਆ। ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ। ਤੇ ਗਲ ਵਿੱਚ ਮੂਰਤੀ ਰੱਖ ਕੇ ਸ਼ਿਵ ਜੀ ਦੀ ਜਾਂ ਸ਼ਿਵਲਿੰਗ ਗਲ ਵਿੱਚ ਲਟਕਾ ਲੈਣ, ਉਹਨੂੰ ਠਾਕੁਰ ਕਹੀ ਜਾਂਦਾ। ਉਹ ਠਾਕੁਰ ਜਿਹੜਾ ਸਾਰੇ ਸੰਸਾਰ ਦਾ ਪਾਲਕ ਹੈ, ਮਾਲਕ ਹੈ, ਉਹ ਇਹਨੂੰ ਨਜ਼ਰ ਹੀ ਨਹੀਂ ਆਉਂਦਾ। ਦੇਖੋ ਸਾਧ ਸੰਗਤ, ਪ੍ਰੈਕਟੀਕਲੀ ਦੇਖਣਾ ਤੇ ਉਹ ਹੈ ਜੋ ਸੰਸਾਰ ਵਿੱਚ ਹੋ ਰਿਹਾ। ਬਾਣੀ ਵਿੱਚ ਵੀ ਜਗ੍ਹਾ ਜਗ੍ਹਾ ਲਿਖਿਆ, ਜਿਨ੍ਹਾਂ ਨੂੰ ਇਹ ਗੱਲ ਸਮਝ ਆਈ ਉਹਨਾਂ ਵੀ ਲਿਖਿਆ। ਜੇ ਹਰ ਹੀ ਗੰਗਾ ਜਲ ਹੈ
तो जमजम के पैमाने में है कौन, जे खुदा काबे में है तो बुतखाने में है कौन। भाई जे गंगा जल ही पवित्र है ਤਾਂ ਫਿਰ ਜਿਹੜਾ ਜ਼ਮਜ਼ਮ ਦਾ ਪੈਮਾਨਾ ਹੈ ਉਹਦੇ ਵਿੱਚ ਕੌਣ ਹੈ। ਜੇ ਰੱਬ ਕਾਬੇ ਵਿੱਚ ਹੈ ਤੇ ਬੁੱਤਖਾਨੇ ਵਿੱਚ ਕੌਣ। ਕਹਿਣ ਦਾ ਮਤਲਬ ਰੱਬ ਤੇ ਸਾਰੀ ਥਾਂ। ਇਹੀ ਗੱਲ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਮੱਕੇ ਵਿੱਚ ਜਾ ਕੇ ਮੱਕੇ ਦੇ ਹਾਜੀਆਂ ਨੂੰ ਸਮਝਾਈ। ਸਾਖੀ ਵੀ ਪੜ੍ਹੀ ਜਾਂਦੇ, ਸਾਖੀ ਵੀ ਸੁਣੀ ਸੁਣਾਈ ਜਾਂਦੇ ਕਿ ਮਹਾਰਾਜ ਨੇ ਮੱਕੇ ਵੱਲ ਪੈਰ ਪਸਾਰੇ ਤੇ ਉੱਥੇ ਦੇ ਮੁੱਖ ਕਾਜ਼ੀ ਨੇ ਹਾਜੀਆਂ ਨੇ ਇਤਰਾਜ਼ ਕੀਤਾ, ਤੁਸੀਂ ਖੁਦਾ ਦੇ ਘਰ ਵੱਲ ਲੱਤਾਂ ਕੀਤੀਆਂ। ਤੇ ਬਾਬੇ ਨਾਨਕ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ਕਿਹਾ, ਭਾਈ ਜਿੱਧਰ ਖੁਦਾ ਦਾ ਘਰ ਨਹੀਂ ਹੈਗਾ ਉੱਧਰ ਮੇਰੇ ਪੈਰ ਕਰ। ਤੇ ਜਦੋਂ ਸਾਰੇ ਹਾਜੀ ਇਕੱਠੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਣ ਲੱਗ ਪਏ, ਪੁੱਛਣ ਗੱਲ ਈਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਸਾਨੂੰ ਆਪਣੀ ਕਿਤਾਬ ਖੋਲ ਕੇ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਉਧਰ ਭਗਤ ਕਬੀਰ ਜੀ ਕਹਿਣ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਇਲੇ ਜਾਰੇ ਓਇਲੇ ਗਾਡੇ, ਤੇਰੀ ਗਤ ਦੂਹ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚੌਂ ਦਿਸ ਪਸਰਿਓ ਹੈ ਜਮ ਜੇਵਰਾ। ਇਹ ਸਾਰੀਆਂ ਪੰਕਤੀਆਂ ਸੁਣ ਲਓ, ਪੜ੍ਹ ਲਓ, ਵਿਚਾਰ ਲਓ, ਫਿਰ ਇਹਨਾਂ ਦੇ ਉੱਤੇ ਚੰਗੀ ਤਰ੍ਹਾਂ ਵਿਚਾਰ ਕਰਕੇ ਦੇਖੋ ਕਿ ਅਸੀਂ ਕੀ ਕਰ ਰਹੇ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ, ਪਰਮੇ ਪੂਲਾ ਸਾਕਤ ਫਿਰਤਾ, ਨੀਰ ਭਰੋਲੇ ਖਪ ਖਪ ਮਰਤਾ। ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ। ਜਿਹੜਾ ਅੰਦਰ ਵਸਦਾ ਪਰਮਾਤਮਾ, ਮੇਰੇ ਵੀ ਤੁਹਾਡੇ, ਉਹ ਤਾਂ ਨਜ਼ਰ ਨਹੀਂ। ਔਰ ਬਾਹਰੋਂ ਪੱਥਰ ਦੀ ਮੂਰਤੀ ਨੂੰ ਟੋਕਰੀ ਵਿੱਚ ਰੱਖ ਕੇ ਗਲ ਵਿੱਚ ਪਾ ਕੇ ਲਟਕਾ ਕੇ ਫਿਰ। ਹੁਣ ਪਾਤਸ਼ਾਹ ਦੂਜੇ ਪਦ ਵਿੱਚ ਕਹਿੰਦੇ, ਜਿਸ ਪਾਹਣ ਕੋ ਠਾਕੁਰ ਕਹਿਤਾ। ਜਿਸ ਪੱਥਰ ਨੂੰ ਇਹ ਠਾਕੁਰ ਕਹਿੰਦਾ, ਉਹ ਪਾਹਣ ਲੈ ਉਸ ਕੋ ਡੁੱਬਤਾ। ਉਹ ਪੱਥਰ ਇਹਨੂੰ ਡੋਬ ਦਿੰਦਾ, ਕਿਉਂਕਿ ਜਿਹੜੇ ਪਰਮਾਤਮਾ ਦੇ ਬਣਾਏ ਬੰਦੇ ਨੇ ਉਹਨਾਂ ਨਾਲ ਤੇ ਕਰਦਾ ਨਫ਼ਰਤ ਤੇ ਪੱਥਰਾਂ ਦੀ ਕਰਦਾ ਪੂਜਾ। ਦੇਖੋ ਭਗਤ ਧੰਨਾ ਜੀ ਨੇ ਆਪਣੀ ਸੱਚੀ ਸ਼ਰਧਾ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਗਟ ਕਰ ਲਿਆ। ਤੇ ਉਹ ਬ੍ਰਾਹਮਣ ਜਿਹੜਾ ਨਿਤਾ ਪ੍ਰਤੀ ਬਾਹਮਣ ਪੂਜੇ ਦੇਵਤੇ ਦੇ ਠਾਕੁਰ ਧੰਨਾ ਗਊ ਚਰਾਵਣ ਜਾ, ਪਰ ਉਹਦੀ ਸ਼ਰਧਾ ਤੇ ਉਹਦੀ ਸ਼ਰਧਾ 'ਚ ਕਿੰਨਾ ਫਰਕ। ਉਸ ਨੇ ਤੇ ਪਰਮਾਤਮਾ ਨੂੰ ਪ੍ਰਗਟ ਕਰ ਲਿਆ, ਹਾਜ਼ਰ ਨਾਜ਼ਰ ਕਰ ਲਿਆ, ਤੇ ਉਹਦੇ ਲਈ ਪਰਮਾਤਮਾ ਕੀ ਨਹੀਂ ਕਰਦਾ। ਤੋ ਮਹਾਰਾਜ ਸਾਡੀ ਇਸ ਅੰਨੀ ਸ਼ਰਧਾ ਉੱਤੇ ਕਟਾਕਸ਼ ਵੀ ਕਰਦੇ। ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁੱਬਤਾ। ਗੁਨਾਹਗਾਰ ਲੂਣ ਹਰਾਮੀ। ਦੇਖੋ ਇਹ ਗੁਨਾਹਗਾਰ ਕਿਸ ਨੂੰ ਕਿਹਾ, ਇਹ ਲੂਣ ਹਰਾਮੀ ਕਿਸ ਨੂੰ ਕਿਹਾ। ਜਿਹੜਾ ਬੰਦਾ ਆਪਣੇ ਆਪ ਨੂੰ ਪਰਮਾਤਮਾ ਦਾ ਭਗਤ ਵੀ ਅਖਵਾਉਂਦਾ ਤੇ ਗੁਨਾਹ ਵੀ ਕਰਦਾ।
ਜਿਹੜਾ ਮਾਲਕ ਇਸ ਨੂੰ ਪਾਲਦਾ ਹੈ, ਰੋਜ਼ੀ ਦਿੰਦਾ ਹੈ, ਉਹਦਾ ਨਾਮ ਤੱਕ ਨਹੀਂ ਲੈਂਦਾ। ਫਿਰ ਲੂਣ ਹਰਾਮੀ ਕਿਹਨੂੰ ਕਿਹਾ ਜਾਂਦਾ? ਜਿਹੜਾ ਮਾਲਕ ਦਾ ਲੂਣ ਖਾ ਕੇ ਉਹਦਾ ਸ਼ੁਕਰਾਨਾ ਨਾ ਕਰੇ, ਉਹਨੂੰ ਲੂਣ ਹਰਾਮੀ ਕਿਹਾ ਜਾਂਦਾ। ਗੁਨਾਹਗਾਰ, ਲੂਣ ਹਰਾਮੀ, ਹੇ ਅਕਿਰਤ ਕਣ, ਹੇ ਪਾਪੀ ਬੰਦੇ, ਕੰਨ ਖੋਲ ਕੇ ਸੁਣ। ਪਾਹਣ ਨਾਵ ਨਾ ਪਾਰ ਗਰਾਮੀ, ਪੱਥਰ ਦੀ ਬੇੜੀ ਤੇ ਚੜ੍ਹ ਕੇ ਤੂੰ ਕਦੇ ਪਾਰ ਨਹੀਂ ਉਤਰ ਸਕਦਾ। ਪੱਥਰ ਕੀ ਬੇੜੀ ਜੇ ਚੜ੍ਹੇ ਪਰ ਨਾਲ ਬੁਢਾਵੇ, ਕਿਉਂਕਿ ਪੱਥਰ ਨੇ ਤੇ ਆਪ ਡੁੱਬ ਜਾਣਾ। ਕਿ ਜਿਹਨੇ ਪੱਥਰ ਦਾ ਆਸਰਾ ਲੈਣਾ ਉਹ ਕਿਹੜਾ ਤਰ ਜਾਏ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਤੇ ਕਮਾਲ ਕਰ ਆਖਿਆ, ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੋਨ ਅਜੈ ਅਬਿਨਾਸੀ, ਤੇ ਪਰਮੇਸ਼ਰ ਜਾਨੋ। ਕਹਾਂ भयो जो आन जगत में, दस क असुर हर घाए, अदक प्रपंच दिखाए सबन के, आपे ब्रह्म कहाए। पंजन गण समरथ सदा प्रभ, सो किम जात घिनायो, ताते सर्व काल के अस को घाए बचाए न आयो। कैसे तोहे तार है सुन जड़, आप डुब्यो पव सागर, छुट्यो काल फासते तभी, गहो शरण जगतागर। बड़े करड़े शब्द ते लगते, जे विचार कीती जाए तो सचमुच ये सारा कुछ साडे ते टुकदा। गुनाहगार, लूण हरामी, पाहण नाव ना पार गरामी। ਉਹ ਲੂਣ ਹਰਾਮੀ, ਉਹ ਅਕਿਰਤ ਖਣ ਪਾਪੀ ਬੰਦੇ, ਪੱਥਰ ਦੀ ਬੇੜੀ ਤੇ ਚੜ੍ਹ ਕੇ ਤੂੰ ਕਦੇ ਤਰ ਨਹੀਂ ਸਕੇ। ਚੌਥੇ ਪਦ ਵਿੱਚ ਮਹਾਰਾਜ ਨਿਚੋੜ ਕਰਦੇ, ਗੁਰ ਮਿਲ ਨਾਨਕ ਠਾਕੁਰ ਜਾਤਾ। ਨਾਨਕ ਜੀ ਫਰਮਾਉਂਦੇ ਨੇ, ਗੁਰੂ ਨੂੰ ਮਿਲ ਕੇ, ਗੁਰੂ ਦੀ ਸੰਗਤ ਵਿੱਚ ਰਹਿ ਕੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਠਾਕੁਰ ਜਾਤਾ, ਜਾਤਾ ਦਾ ਮਤਲਬ ਜਾਣ ਲਿਆ। ਠਾਕੁਰ ਦੀ ਸਮਝ ਆ ਗਈ ਹੈ ਕਿ ਉਹ ਮੇਰਾ ਠਾਕੁਰ ਪੱਥਰਾਂ ਵਿੱਚ ਨਹੀਂ, ਮੂਰਤੀਆਂ ਵਿੱਚ ਨਹੀਂ, ਬਲਕਿ ਜਲ ਥਲ ਮਈਲ ਪੂਰਨ ਵਿਧਾਤਾ। ਉਹ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਆਕਾਸ਼ ਵਿੱਚ ਵੀ। ਪੂਰਨ ਵਿਧਾਤਾ, ਜਿਹੜਾ ਸਭ ਜੀਆਂ ਦੇ ਕੀਤੇ ਹੋਏ ਕਰਮਾਂ ਦਾ ਫਲ ਦੇਣ ਵਾਲਾ, ਉਹ ਹੁਣ ਮੈਨੂੰ ਸਭ ਜਗ੍ਹਾ ਨਜ਼ਰ। ਜਾਂ ਜਾਂ ਵੇਖੋ ਤਾਂ ਹਜੂਰ, ਦੂਰ ਕਤੋਂ ਨਾ ਜਾਈ। ਰਬ ਰਿਹਾ ਸਰਬਤਨ ਮੈਂ, ਮਨ ਸਦਾ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।